ਸੋ ਮਨਪ੍ਰੀਤ ਯਾਲੀ ਉਹਨਾਂ ਦੇ ਘਰ ਜੋ ਰੇਡ ਚੱਲ ਰਹੀ ਸੀ ਆਈਟੀ ਦੀ ਉਹ ਖਤਮ ਹੋ ਚੁੱਕੀ ਹੈ। ਇਨਕਮ ਟੈਕਸ ਦੇ ਅਧਿਕਾਰੀ ਇੱਥੋਂ ਜਾ ਚੁੱਕੇ ਨੇ। ਗੱਲਬਾਤ ਕਰ ਲੈਂਦੇ ਹਾਂ ਮਨਪ੍ਰੀਤ ਯਾਲੀ ਉਹਨਾਂ ਨਾਲ ਬਾਹਰ ਆਏ ਨੇ। ਯਾਲੀ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਰੇਡ ਕੱਲ ਦੀ ਚੱਲ ਰਹੀ ਸੀਗੀ? ਕਿੰਨੇ ਕੁ ਅਧਿਕਾਰੀ ਮੌਜੂਦ ਸੀਗੇ? ਕਿਸ ਤਰ੍ਹਾਂ ਦੀ ਰੇਡ ਤੁਸੀਂ ਦੇਖਦੇ ਹੋ ਇਸ ਨੂੰ? ਕੱਲ ਸਵੇਰੇ 6 ਵਜੇ ਇਹ ਟੀਮ ਸਾਰੀ ਆਈ ਸੀ। ਮੈਂ ਤਾਂ ਸਵੇਰੇ ਤਿਆਰ ਹੋ ਕੇ ਜਾਣ ਲੱਗਿਆ ਸੀਗਾ ਤੇ ਉਦੋਂ ਤਕਰੀਬਨ 100 ਦੇ ਕਰੀਬ ਹੋਊਗਾ ਬੰਦਾ, 70-80 ਦਾ ਇਹਨਾਂ ਦੇ ਨਾਲ ਜਿਹੜੇ ਸੈਂਟਰ ਫੋਰਸ ਹੋਊਗੀ ਨਾਲ। ਤੇ ਉਹਨਾਂ ਦੱਸਿਆ, ਮੈਂ ਆ ਜਾਓ, ਕੋਈ ਗੱਲ ਨਹੀਂ, ਕਰੋ ਸਰਚ। ਉਹਨਾਂ ਨੇ ਸਰਚ ਕੀਤੀ ਹੈ ਸਾਰੀ ਤੇ ਤਕਰੀਬਨ 36 ਘੰਟੇ ਲੱਗੇ ਉਹਨਾਂ ਨੂੰ। ਮੇਰਾ ਖਿਆਲ ਆ ਵੀ ਉਹਨਾਂ ਨੇ ਜੋ ਗੋਲਡ ਹੁੰਦਾ ਘਰ ਦੇ ਵਿੱਚ ਉਹਦਾ ਵੇਟ ਕਰਨਾ ਹੁੰਦਾ, ਉਹ ਜਿੰਨਾ ਚਾਹੀਦਾ ਉਨਾ ਸੀਗਾ, ਕੈਸ਼ ਜਿੰਨਾ ਚਾਹੀਦਾ ਐਜ਼ ਲੀਗਲ ਉਨਾ ਸੀਗਾ। ਸੋ ਬਾਕੀ ਜਿਹੜੇ ਬੈਂਕ ਅਕਾਊਂਟ ਨੇ ਸਾਰੇ ਲੀਗਲ ਨੇ, ਉਹ ਡਿਕਲੇਅਰਡ ਨੇ ਸਾਰੇ। ਜਾਇਦਾਦ ਜਿੰਨੀ ਉਹ ਡਿਕਲੇਅਰਡ ਆ ਸਾਰੀ, ਕਿਉਂਕਿ ਸਾਡੇ ਕੋਲੇ ਜੋ ਵੀ ਜ਼ਮੀਨ ਆ ਜੱਦੀ ਪੁਸ਼ਤੀ ਜ਼ਮੀਨ ਹੈਗੀ ਆ। ਪਿਛਲੀਆਂ ਤਕਰੀਬਨ ਮੈਂ ਪਿੱਛੇ ਵੀ 7 ਪੀੜ੍ਹੀਆਂ ਦੀ ਵਿਰਾਸਤ ਜਿਹੜੀ ਹੋਈ ਆ ਇਹ, ਠੀਕ ਆ। ਇਹ ਪਿੰਡ ਸੀ ਜਿਹੜਾ ਏਆਲੀ ਖੁਰਦ, ਸਾਡੇ ਵਡੇਰਿਆਂ ਨੇ ਇਹ ਪਿੰਡ ਬੰਨਿਆ ਸੀ। ਕਿਸੇ ਟਾਈਮ 1846 'ਚ ਇਹ ਰਾਜਾ ਰਣ ਮਹੇਸ਼ ਸਿੰਘ ਸੀ ਬਾਰਨਹਾੜੇ ਪਿੰਡ ਦਾ। ਐਂਗਲੋ ਸਿੱਖ ਵਾਰ 'ਚ ਉਹਨੂੰ ਕਾਲੇ ਪਾਣੀ ਸਜ਼ਾ ਹੋ ਗਈ ਸੀ। ਉਹਨਾਂ ਨੇ ਸਾਡੇ ਬਜ਼ੁਰਗ ਗੁਲਾਬ ਸਿੰਘ ਨੂੰ ਇਹ ਪਿੰਡ ਦੀ ਜ਼ਮੀਨ ਦਿੱਤੀ ਸੀ। ਫਿਰ ਬਜ਼ੁਰਗਾਂ ਨੇ 1848 'ਚ ਪਿੰਡ ਬੰਨਿਆ ਤੇ 3 ਹਿੱਸੇ ਜ਼ਮੀਨ ਲੋਕਾਂ ਨੂੰ ਦੇ ਕੇ ਚੌਥਾ ਹਿੱਸਾ ਆਪਦੇ ਕੋਲ ਰੱਖਿਆ। ਉਹ ਜ਼ਮੀਨ ਸਾਡੇ ਤੱਕ ਪਹੁੰਚੀ। ਸ਼ਹਿਰ ਆਇਆ 1990-92 'ਚ, ਲੁਧਿਆਣੇ ਦਾ ਕੌਲੋਨੀਆਂ ਬਣਨੀਆਂ ਸ਼ੁਰੂ ਹੋਈਆਂ। ਉਦੋਂ ਤੋਂ ਲੈ ਕੇ ਅੱਜ ਤੱਕ ਇਹ ਜ਼ਮੀਨਾਂ ਅਸੀਂ ਵੇਚ ਕੇ ਅੱਗੇ ਪਰਚੇਜ਼ ਕਰਦੇ ਰਹੇ ਹਾਂ। ਹੁਣ ਅਸੀਂ ਨਾਲ ਦੇ ਪਿੰਡ ਲੈ ਲਈ, ਉਹ ਇਸ ਤੋਂ ਵੀ ਜ਼ਿਆਦਾ ਸ਼ਹਿਰ ਉੱਥੇ ਪਹੁੰਚ ਗਿਆ। ਅੱਗੇ ਐਗਰੀਕਲਚਰ ਵੀ ਲਈ, ਲੇਕਿਨ ਨਾਲ ਦੇ ਪਿੰਡ ਜਿਹੜੀ ਇਹ ਤੋਂ 20 ਸਾਲ ਪਹਿਲਾਂ ਜਿੱਥੇ ਹੁਣ ਮੇਰੀ ਅਨੰਤਾ ਕੌਲੋਨੀ ਬਣ ਰਹੀ ਆ, ਉਹ ਜ਼ਮੀਨ ਅਸੀਂ 2004 'ਚ ਖਰੀਦੀ ਸੀਗੀ। ਤੇ ਉਹ ਵੀ ਬੜੀ, ਉੱਥੇ ਬੜਾ ਏਰੀਆ ਬੜਾ ਵਧੀਆ ਡਿਵੈਲਪ ਹੋ ਰਿਹਾ। ਸਭ ਤੋਂ ਵਧੀਆ ਸਾਡੀ ਕੌਲੋਨੀ ਡਿਵੈਲਪ ਹੋ ਰਹੀ ਆ। ਸੋ ਅਸੀਂ ਤਕਰੀਬਨ ਪਿਛਲੇ 28 ਸਾਲਾਂ ਤੋਂ 27-28 ਸਾਲਾਂ ਤੋਂ ਬਿਜ਼ਨਸ 'ਚ ਇਸ ਇਲਾਕੇ 'ਚ ਐਜ਼ ਏ ਕੌਲੋਨਾਈਜ਼ਰ ਕੰਮ ਕਰ ਰਹੇ ਹਾਂ। ਕਿਉਂਕਿ ਪਹਿਲਾਂ ਜਿਹੜੇ ਕੌਲੋਨਾਈਜ਼ਰ ਸੀ, ਕਿਸਾਨਾਂ ਤੋਂ ਬਿਆਨਾ ਕਰ ਲਿਆ, ਸਮੇਂ ਸਿਰ ਪੈਸੇ ਨਹੀਂ ਦੇਣੇ। ਅਸੀਂ ਜਿਹਦੇ ਤੋਂ ਜ਼ਮੀਨ ਖਰੀਦਦੇ ਹਾਂ, ਤੇ ਸਾਡੇ ਪਿੰਡ ਦੇ ਸਾਰੇ ਕਿਸਾਨਾਂ ਤੋਂ ਪੁੱਛੋ ਜਿੱਥੋਂ ਖਰੀਦੀ ਆ, ਉਹਨਾਂ ਨੂੰ ਟਾਈਮ ਸਿਰ ਪੇਮੈਂਟ ਮਿਲਦੀ ਆ ਤੇ ਅੱਗੇ ਉਹਨਾਂ ਨੇ ਵਧੀਆ ਜਾਇਦਾਦਾਂ ਬਣਾਈਆਂ। ਪਰ ਸਾਡਾ ਪਿੰਡ ਖੇਤੀ ਨਾਲ ਜੁੜਿਆ ਹੋਇਆ, ਅਸੀਂ ਵੀ ਜੁੜੇ ਹੋਏ ਹਾਂ। ਸੋ ਕਿਸਾਨੀ ਨਾਲ ਜੁੜੇ ਹੋਣ ਕਰਕੇ ਸਾਡੀ ਦਿਲੋਂ ਅਟੈਚਮੈਂਟ ਆ ਕਿਸਾਨੀ ਨਾਲ। ਜਿਸ ਦਿਨ ਦਾ ਆਹ 3 ਆਰਡੀਨੈਂਸ ਆਏ ਆ, ਅਸੀਂ ਪਹਿਲੇ ਦਿਨ ਤੋਂ ਵਿਰੋਧ ਕਰ ਰਹੇ ਹਾਂ। ਪਾਰਟੀ ਨੂੰ ਉਸੇ ਦਿਨ ਕਹਿ ਦਿੱਤਾ ਸੀ ਵੀ ਆਪਾਂ ਅਲਾਇੰਸ ਤੋੜ ਦਿਓ ਤੇ ਕੇਂਦਰ ਦੀ ਵਜ਼ਾਰਤ ਛੱਡ ਦਿਓ। ਚਲੋ ਪਾਰਟੀ ਨੇ ਵਧੀਆ ਫੈਸਲਾ ਲਿਆ। ਹਰ ਕਿਸਾਨ ਸ਼ਹੀਦ ਹੋਇਆ, ਉਹਨਾਂ ਦੀ ਮਦਦ ਕੀਤੀ ਆ, ਕੋਈ ਬਿਮਾਰ ਹੈ ਉਹਨਾਂ ਦੀ ਮਦਦ ਕੀਤੀ ਆ, ਤੇ ਆਉਣ ਵਾਲੇ ਸਮੇਂ 'ਚ ਵੀ ਕਰਦੇ ਰਹਾਂਗੇ। ਸੋ ਕੇਂਦਰ ਸਰਕਾਰ, ਪੰਜਾਬ ਸਰਕਾਰ ਵੀ ਜਿਮਨੀ ਚੋਣ 'ਚ ਇਹਨਾਂ ਨੇ ਬੜਾ ਡਰਾਇਆ ਧਮਕਾਇਆ ਸਾਨੂੰ, ਅਸੀਂ ਉਦੋਂ ਨਹੀਂ ਪਿੱਛੇ ਹਟੇ। ਤੇ ਹੁਣ ਵੀ ਇਹਨਾਂ ਤੋਂ ਜਦੋਂ ਆਪਾਂ ਸਹੀ ਆ, ਤੁਹਾਨੂੰ ਪਰਵਾਹ ਕਾਹਦੀ ਆ? ਜਦੋਂ ਤੁਸੀਂ ਸਮਝਦੇ ਰੇਟ ਦੇ ਕਾਰਨ ਕੀ ਸਮਝਦੇ ਹੈਗੇ? ਮੈਂ ਤਾਂ ਕਹਿੰਦਾ ਕੋਈ ਵੀ ਕਾਰਨ ਹੋ ਸਕਦਾ, ਕਾਰਨ ਕੋਈ ਵੀ ਹੋ ਸਕਦਾ। ਇਹ ਤਾਂ ਹੁਣ ਉਹ ਡਿਪਾਰਟਮੈਂਟ ਹੀ ਦੱਸ ਸਕਦਾ ਨਾ ਵੀ ਕਾਰਨ ਕੀ ਆ। ਸੈਂਟਰ ਦਾ ਡਿਪਾਰਟਮੈਂਟ ਹੈਗਾ, ਹੋ ਸਕਦਾ ਸਾਨੂੰ ਡਰਾਉਣਾ ਚਾਹੁੰਦੇ ਹੋਣ, ਦਬਕਾਉਣਾ ਚਾਹੁੰਦੇ ਹੋਣ। ਕਿਉਂਕਿ ਅਸੀਂ ਕਿਸਾਨ ਵੀ ਹਾਂ, ਬਿਜ਼ਨਸਮੈਨ ਵੀ ਹਾਂ, ਰਾਜਨੀਤੀ ਦੇ ਵਿੱਚ ਵੀ ਹਾਂ, ਤੇ ਤਿੰਨੇ ਹੀ ਕੰਮ ਬੜੀ ਇਮਾਨਦਾਰੀ ਨਾਲ ਕਰ ਰਹੇ ਹਾਂ। ਜੇ ਖੇਤੀ ਕਰਦੇ ਹਾਂ ਤਾਂ ਉਹ ਵੀ ਬਹੁਤ ਵਧੀਆ ਢੰਗ ਨਾਲ, ਜੇ ਬਿਜ਼ਨਸ ਕਰਦੇ ਹਾਂ ਤਾਂ ਪੂਰਾ ਰੈਪੂਟੇਸ਼ਨ ਨੂੰ ਰੱਖ ਕੇ ਕਰ ਰਹੇ ਹਾਂ, ਡਿਵੈਲਪਮੈਂਟ ਵਧੀਆ ਕਰ ਰਹੇ ਹਾਂ ਵੀ ਨਾ ਕਿਸੇ ਕਿਸਾਨ ਨੂੰ ਪ੍ਰੋਬਲਮ ਆਵੇ, ਨਾ ਕਿਸੇ ਪਲਾਟ ਹੋਲਡਰ ਨੂੰ ਆਵੇ। ਤੇ ਜੇ ਰਾਜਨੀਤੀ ਦੇ ਵਿੱਚ ਆ ਤਾਂ ਉਹਦੇ ਵਿੱਚ ਵੀ ਅਸੀਂ ਪੂਰੀ ਮਿਹਨਤ ਵੀ ਕਰਦੇ ਹਾਂ ਤੇ ਇਮਾਨਦਾਰੀ ਨਾਲ। ਕੋਈ ਫਾਇਦਾ ਰਾਜਨੀਤੀ ਤੋਂ ਤੇ ਨਾ ਲਿਆ ਤੇ ਨਾ ਆਉਣ ਸਮਝ ਲੈਣਾ। ਯਾਲੀ ਸਾਹਿਬ, ਤੁਹਾਡੇ ਘਰ ਤੋਂ ਇਲਾਵਾ 5 ਠਿਕਾਣਿਆਂ ਤੇ ਹੋਰ ਰੇਡ ਜਿਹੜੀ ਆ, ਜਿਹੜੇ ਤੁਹਾਡੇ ਠਿਕਾਣੇ ਹੈਗੇ ਉੱਥੇ ਰੇਡ ਹੋਈ ਆ, ਕੀ ਉੱਥੇ ਰੇਡ ਸਮਾਪਤ ਹੋ ਚੁੱਕੀ ਆ? ਉੱਥੇ ਚੱਲ ਰਹੀ ਆ? ਕਿਸ ਤਰ੍ਹਾਂ ਦੀ ਕਾਰਵਾਈ? ਸਿਰਫ ਗੋਲਫ ਲਿੰਕ ਆਫਿਸ ਦੇ ਵਿੱਚ ਜਿਹੜੇ ਸਾਡੇ ਲੀਗਲ ਡਾਕੂਮੈਂਟ ਸੀਗੇ, ਉਹ ਉਹਨਾਂ ਤੇ ਅਸੀਂ ਸਾਈਨ ਸੂਨ ਕਰਨੇ ਹੁੰਦੇ ਆ, ਉਹਨਾਂ ਨੇ ਦੇਖਣਾ ਹੁੰਦਾ। ਕਿਉਂਕਿ ਇਹਦੇ ਵਿੱਚ 2 ਗਵਾਹ ਹੁੰਦੇ ਨੇ। ਜਿਵੇਂ ਪਰਸ ਕੱਲ੍ਹ ਦਾ ਹੀ ਸਵੇਰ ਦੇ 2 ਗਵਾਹ ਸਾਡੇ ਪਿੰਡ ਦੇ ਹਾਜ਼ਰ ਸੀਗੇ, ਉਹਨਾਂ ਨੇ ਉਹਦੀ ਹਾਜ਼ਰੀ 'ਚ ਹੀ ਰੇਡ ਕਰਨੀ ਹੁੰਦੀ ਹੈ ਨਾ। ਵੀ ਕੋਈ ਵੀ ਚੀਜ਼ ਜਾਣਾ ਤਾਂ ਪਰਿਵਾਰ ਦੇ ਮੈਂਬਰ ਨਹੀਂ, 2 ਗਵਾਹ ਪਿੰਡ ਦੇ ਚਾਹੀਦੇ ਹੁੰਦੇ ਆ। ਸੋ ਉਹਨਾਂ ਦੀ ਹਾਜ਼ਰੀ ਦੇ ਵਿੱਚ ਹੀ ਉਹ ਸਾਰਾ ਕੋਈ ਵੀ ਸਰਚ ਕਰਦੇ ਆ, ਜਿਵੇਂ ਅਸੀਂ ਦੇ ਪਾਸੇ ਉਹ ਸਰਚ ਹਾਜ਼ਰੀ 'ਚ ਹੀ ਕਰਦੇ ਨੇ, ਤੇ ਉਸ ਤੋਂ ਬਾਅਦ ਹਰ ਡਾਕੂਮੈਂਟ ਤੇ ਗਵਾਹ ਦੇ ਸਾਈਨ ਹੁੰਦੇ ਨੇ। ਕੱਲ ਦੀ ਰੇਡ ਚੱਲ ਰਹੀ ਹੈ, ਕਿਸ ਤਰ੍ਹਾਂ ਦੀ ਉਹਨਾਂ ਦੀ ਕਾਰਵਾਈ ਸੀ? ਬਿਹੇਵੀਅਰ ਕਿਸ ਤਰ੍ਹਾਂ ਦੀ ਸੀ? ਤੁਹਾਡੀ ਫੈਮਿਲੀ ਵੀ ਘਰ ਦੇ ਵਿੱਚ ਮੌਜੂਦ ਸੀਗੀ? ਪੋਜ਼ਿਟਿਵ ਲੇਡੀਜ਼ ਵੀ ਸੀਗੀਆਂ ਉਹਨਾਂ ਦੇ ਵਿੱਚ, ਲੇਡੀਜ਼ ਆਫੀਸਰ ਵੀ ਸੀਗੀਆਂ। ਖਾਣਾ ਖੂਣਾ ਇੱਥੇ ਸਾਰਾ ਅਸੀਂ ਪ੍ਰਬੰਧ ਕਰਦੇ ਰਹੇ ਹਾਂ, ਰਹਿਣ ਦਾ ਪ੍ਰਬੰਧ ਕੀਤੇ ਆ, ਗੈਸਟ ਹਾਊਸ ਠਹਿਰੇ ਹੋਏ ਸੀ ਸਾਰੇ। ਉਹਨਾਂ ਸਾਡੇ ਫੋਨ ਫੜਨੇ, ਇੱਕ ਵਾਰ ਸਰਚ ਕਰਕੇ ਡਾਕੂਮੈਂਟ ਜਾਂਚ ਕਰਨੀ, ਕਰੀ ਗਏ ਇਸ ਤਰ੍ਹਾਂ ਨਾਲ। ਸੋ ਅਸੀਂ ਪੂਰਾ ਸਾਥ ਦਿੱਤਾ, ਖਾਣਾ ਪੀਣਾ ਸਾਰਾ ਉਹਨਾਂ ਨੂੰ ਪ੍ਰਬੰਧ ਕਰਕੇ ਦਿੱਤਾ। ਸਾਨੂੰ ਪਤਾ ਅੱਗੇ ਵੀ ਸਾਡੇ 1999 'ਚ ਵੀ ਮੇਰੇ ਦਿੱਲੀ ਤੋਂ ਰੇਡ ਹੋਈ ਸੀਗੀ। ਸੋ ਉਦੋਂ ਦਿੱਲੀ ਤੋਂ ਟੀਮ ਆਈ ਸੀ ਸਾਰੀ, ਤੇ ਉਦੋਂ ਵੀ 1 ਰੁਪਏ ਦਾ ਵੀ 1 ਰੁਪਇਆ ਟੈਕਸ ਨਹੀਂ ਲੱਗੇ ਸਾਨੂੰ। 0 ਇਨਕਮ ਟੈਕਸ ਪਹਿਲੀ ਵਾਰ ਹੋਇਆ ਉਹ ਵੀ ਕਿਸੇ ਨੂੰ, ਜਿਹੜਾ ਡਿਕਲੇਅਰ ਹੋਇਆ ਹੋਵੇ ਵੀ ਇਹਨਾਂ ਦੀ ਸਾਰੀ ਜਾਂਚ ਤੋਂ ਬਾਅਦ। ਤੇ ਹੁਣ ਵੀ ਹਜੇ ਇਹਨਾਂ ਨੇ ਜਿਹੜੀ ਜਾਂਚ ਕਰਨੀ ਹੁੰਦੀ ਆ, ਹਜੇ ਇਸ ਤੋਂ ਬਾਅਦ ਪ੍ਰੋਸੈਸ ਹੁੰਦਾ ਕੋਈ ਮਾੜਾ ਮੋਟਾ, ਉਹਦੇ ਵਿੱਚ 0 ਇਨਕਮ ਟੈਕਸ ਹੋਊਗਾ। ਯਾਲੀ ਸਾਹਿਬ, ਤੁਹਾਡੇ ਤੋਂ ਇਲਾਵਾ ਲੁਧਿਆਣੇ 'ਚ ਹੋਰ ਕਈ ਥਾਵਾਂ ਤੇ ਜਿਹੜੀ ਰੇਡ ਜਿਹੜੀ ਹੋਈ ਆ, ਸੋ ਕਿਹਾ ਜਾ ਰਿਹਾ ਕਿ ਸੁਖਬੀਰ ਬਾਦਲ ਪਿਛਲੇ ਦਿਨ ਲੁਧਿਆਣੇ ਸੀਗੇ, ਜਿਨ੍ਹਾਂ ਦੇ ਘਰੇ ਗਏ ਉੱਥੇ ਜਿਹੜੀਆਂ ਰੇਡਾਂ ਜਿਹੜੀਆਂ ਚੱਲੀਆਂ ਨੇ। ਹੋ ਸਕਦਾ, ਪਰ ਇਹਨਾਂ ਚੀਜ਼ਾਂ ਨਾਲ ਪਤਾ ਕੀ ਆ, ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ। ਜਦੋਂ ਤੁਸੀਂ ਸਹੀ ਹੋ ਤਾਂ ਤੁਹਾਨੂੰ ਪਰਵਾਹ ਕੋਈ ਨਹੀਂ। ਸੋ ਡਰਦੇ ਤਾਂ ਹੁੰਦੇ ਜਿਨ੍ਹਾਂ ਨੇ ਕੁਝ ਗਲਤ ਕਰਨਾ ਹੋਵੇ। ਜਦੋਂ ਆਪਾਂ ਸਾਰਾ ਕੁਝ ਸਹੀ ਆ,
ਆਪਾਂ ਐਜ਼ ਪਰ ਲਾਅ ਕੰਮ ਕਰ ਰਹੇ ਹਾਂ, ਐਜ਼ ਪਰ ਲਾਅ ਚੱਲ ਰਹੇ ਹਾਂ। ਹਰ ਪ੍ਰਾਪਰਟੀ ਡਿਕਲੇਅਰਡ ਹੈਗੀ ਆ, ਹਰ ਅਕਾਊਂਟ ਡਿਕਲੇਅਰਡ ਹੈਗਾ, ਹਰ ਚੀਜ਼ ਇਨਕਮ ਟੈਕਸ ਕੋ ਡਿਕਲੇਅਰਡ ਹੈਗੀ ਆ, ਤਾਂ ਫਿਰ ਤੁਹਾਨੂੰ ਕੀ ਪ੍ਰਭਾਵ? ਜਾਂਚ ਅਧਿਕਾਰੀ ਇੱਥੋਂ ਚਲੇ ਗਏ ਨੇ, ਕੋਈ ਡਾਕੂਮੈਂਟ ਕੁਛ ਨਾਲ ਲੈ ਕੇ ਗਏ ਨੇ ਜਾਂ ਕੁਛ ਸੀਜ਼ ਕੀਤੇ ਨੇ ਕੁਛ? ਨਹੀਂ, ਨਾ ਮਾਤਰਾ ਕੋਈ। ਉਹ ਡਾਕੂਮੈਂਟ ਤਾਂ ਇੱਥੇ ਜਿਹੜੇ ਲੱਭੇ ਆ ਉਹ ਸਾਰੇ ਪਹਿਲੀ ਗੱਲ ਤਾਂ ਲੋਕਾਂ ਦੇ ਜਿਹੜੇ ਕੰਮ ਹਨ, ਉਹ ਪਹਿਲਾਂ ਤਾਂ ਇੱਕ ਦਿਨ ਤਾਂ ਉਹਨੂੰ ਹੀ ਲੱਗ ਗਿਆ। ਆ ਜੀ ਇਹਦਾ ਰਾਜੀਨਾਮਾ ਜੀ, ਆ ਫਲਾਣੇ ਦਾ ਕੰਮ ਆ ਜੀ, ਆ ਹੋ ਗਿਆ ਜੀ, ਕੋਈ ਪੈਨਸ਼ਨਾਂ ਲੱਗਣ ਵਾਲੀ ਆ, ਉਹ ਜਾਂਚ ਤਾਂ ਹਰ ਕਾਗਜ਼ ਦੀ ਕਰਨੀ ਪੈਂਦੀ ਆ ਨਾ। ਤੇ ਉੱਥੇ ਮੇਰੇ ਖਿਆਲ ਬੋਰੀ ਭਰ ਕੇ ਤਾਂ ਉਹੀ ਕਾਗਜ਼ ਸੀਗੇ ਜਿਹੜੇ ਲੋਕਾਂ ਦੇ ਸੀਗੇ ਨਾ। ਤੇ ਠੀਕ ਆ, ਜਿਹੜੇ ਸਾਡੇ ਤਾਂ ਸਾਰੇ ਡਿਕਲੇਅਰਡ ਹੀ ਸੀਗੇ, ਜੋ ਕੁਝ ਵੀ ਸੀਗੇ ਸਾਡੇ ਕੋਲ ਉਹ ਆਲਰੇਡੀ ਉਹਨਾਂ ਨੂੰ ਪਹਿਲੇ ਸਬਮਿਟ ਕੀਤੇ ਹੋਏ ਨੇ। ਕੀ ਕਹਿਣਾ ਚਾਹੋਗੇ? ਕੱਲ ਲੀਡਰ ਵੀ ਜਿਹੜੇ ਅਕਾਲੀ ਦਲ ਦੇ ਬਾਹਰ ਆਏ ਸੀ, ਤੁਹਾਡੇ ਘਰ ਦੇ ਬਾਹਰ ਮੌਜੂਦ ਸੀ, ਉਹਨਾਂ ਨੇ ਸਿੱਧਾ ਸਿੱਧਾ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ। ਉਹ ਕਹਿ ਰਹੇ ਨੇ ਸੀ ਮਨਪ੍ਰੀਤ ਆਲੀ ਹੋਣੀ ਜਾਂ ਹੋਰ ਵੀ ਜਿਹੜੇ ਲੀਡਰ ਨੇ ਕਿਸਾਨਾਂ ਨੂੰ ਸਪੋਰਟ ਕਰਦੇ, ਇਸ ਕਰਕੇ ਰੇਡਾਂ ਜਿਹੜੀਆਂ ਕੀਤੀਆਂ ਗਈਆਂ ਨੇ। ਦੇਖੋ, ਇਹ ਸੈਂਟਰ ਦੀ ਜਿਹੜੀ ਨੇ ਪਾਲਿਸੀ ਰਹੀ ਆ ਨਾ, ਇਹ ਹਰ ਇੱਕ ਨੂੰ ਦਬਾਉਣਾ ਚਾਹੁੰਦੇ ਨੇ। ਦੇਖੋ, ਸੈਂਟਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ, ਸਰਕਾਰਾਂ ਲੋਕਾਂ ਲਈ ਬਣਦੀਆਂ ਨੇ। ਪੰਜਾਬ ਆ ਜਿਹੜਾ, ਪੰਜਾਬ ਦੇ ਕਿਸਾਨ ਨੇ ਜਿਹੜੇ, ਇਹਨਾਂ ਨੇ ਬੜੀ ਮਿਹਨਤ ਕਰਕੇ ਪੂਰੇ ਦੇਸ਼ ਦਾ ਢਿੱਡ ਭਰਨ 'ਚ ਵੱਡਾ ਯੋਗਦਾਨ ਪਾਇਆ। ਲੇਕਿਨ ਅੱਜ ਕੇਂਦਰ ਸਰਕਾਰ ਇਹ ਕਿਸਾਨਾਂ ਨੂੰ, ਸਾਡੀ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੀ ਹੈ। ਸੋ ਉਹਦੇ ਲਈ ਲੜਾਈ ਲੜੀ ਜਾ ਰਹੀ ਆ। ਸੋ ਇਹ 'ਚ ਚਾਹੀਦਾ ਸਾਨੂੰ ਅਸੀਂ ਇਕਜੁੱਟ ਹੋ ਕੇ ਲੜਾਈ ਲੜੀਏ। ਪਹਿਲੀ ਗੱਲ ਤਾਂ ਭਾਜਪਾ ਤੋਂ ਬਿਨਾਂ ਕੋਈ ਕਿਸੇ ਪਾਰਟੀ ਨਾਲ ਜੁੜਿਆ ਹੋਇਆ, ਜਿਹੜਾ ਕਿਸਾਨੀ ਨਾਲ ਜੁੜਿਆ, ਕਿਸਾਨੀ ਨੂੰ ਪਿਆਰ ਕਰਦਾ, ਉਹ ਡਟ ਕੇ ਇਕਜੁੱਟ ਹੋ ਕੇ ਅਸੀਂ ਲੜਾਈ ਲੜੀਏ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੋ ਜਾਂਦੇ। ਇਹ ਠੀਕ ਆ, ਇਹ ਦਬਕੇ ਹੁੰਦੇ ਨੇ, ਇਹੋ ਜਿਹੇ ਸਰਕਾਰਾਂ ਦੇ ਚੱਲਦੇ ਰਹਿੰਦੇ, ਉਹਨਾਂ ਦੇ ਆਪਾਂ ਕੀ ਪ੍ਰਵਾਹ ਮੰਨਦੇ ਆ। ਮੇਰਾ ਸਵਾਲ ਉਹੀ ਹੈ ਕਿ ਕਾਰਨ ਕੀ ਸਮਝਦੇ ਹੋ ਕਿ ਕਿਸਾਨਾਂ ਨਾਲ ਜੁੜੇ ਹੋ, ਕਿ ਰਾਜਨੀਤਿਕ ਪਰਿਵਾਰ ਨਾਲ, ਕਿ ਬਿਜ਼ਨਸ ਨਾਲ ਜੁੜੇ, ਇਸ ਕਰਕੇ ਰੇਡ ਹੋਈ ਹੈ? ਕਿਸਾਨੀ ਨਾਲ ਵੀ ਜੁੜੇ ਹੋਏ ਆ, ਬਿਜ਼ਨਸ ਨਾਲ ਵੀ ਜੁੜੇ ਹੋਏ ਆ, ਤੇ ਰਾਜਨੀਤੀ ਨਾਲ ਵੀ। ਮੈਂ ਦੱਸਿਆ ਵੀ ਤਿੰਨੇ ਖੇਤਰ 'ਚ ਅਸੀਂ ਕੰਮ ਕਰ ਰਹੇ ਹਾਂ, ਤੇ ਪੂਰੀ ਇਮਾਨਦਾਰੀ ਨਾਲ ਤਿੰਨਾਂ ਖੇਤਰਾਂ 'ਚ ਕੰਮ ਕਰ ਰਹੇ ਹਾਂ, ਤੇ ਡਟ ਕੇ ਕਰਦੇ ਰਵਾਂਗੇ। ਸੋ ਜੇ ਕਿਸੇ ਕਿਸਾਨ ਨੂੰ ਪ੍ਰੋਬਲਮ ਉਹਨਾਂ ਨਾਲ ਵੀ ਖੜਾਂਗੇ, ਜੇ ਕਿਸੇ ਰਾਜਨੀਤਿਕ ਤੌਰ ਤੇ ਕਿਸੇ ਨਾਲ ਸਾਡੇ ਨਾਲ ਧੱਕੇਸ਼ਾਹੀ ਉਹਦੇ ਨਾਲ ਵੀ ਖੜਾਂਗੇ, ਜੇ ਕਿਸਾਨ ਨਾ ਹੋ ਤਾਂ ਉਹਦਾ ਖੜਨਾ ਹੀ ਹੈ। ਯਾਰ ਸਰ, ਮੁਲਾਕਾਤ ਲਈ ਬੁਲਾਇਆ ਉਹਨਾਂ ਨੇ, ਕੋਈ ਬਿਜ਼ਨਸਮੈਨ ਨਾਲ ਕਿਹੜਾ ਧੱਕਾ, ਉਹਦੇ ਨਾਲ ਵੀ ਖੜਾਂਗੇ ਡਟ ਕੇ। ਰੇਡ ਕਰਕੇ ਚਲੇ ਗਏ ਨੇ, ਕੁਝ ਡਾਕੂਮੈਂਟ ਸਾਈਨ ਕਰਾਏ ਹੋਣੇ, ਕਿ ਦੁਬਾਰਾ ਮੁਲਾਕਾਤ ਲਈ ਬੁਲਾਇਆ ਉਹਨਾਂ ਨੇ, ਕੁਝ ਇਦਾਂ ਦੀ ਕੋਈ ਗੱਲਬਾਤ ਕੀਤੀ? ਦੱਸਣਗੇ, ਲੋੜ ਪਊ ਬੁਲਾ ਲੈਣਗੇ, ਜੇ ਉਹਨਾਂ ਕੋਲ ਲੋੜ ਮਹਿਸੂਸ ਹੋਊਗੀ ਸਾਨੂੰ ਪੁੱਛ ਲੈਣਗੇ। ਪਰ ਉਹਨਾਂ ਨੇ ਕਲੀਅਰ ਕਰ ਗਿਆ ਵੀ ਕੋਈ ਸਾਡੀ ਚੀਜ਼ ਸੀਜ਼ ਨਹੀਂ ਕੀਤੀ, ਕੋਈ ਸਾਡਾ ਅਕਾਊਂਟ ਸੀਜ਼ ਨਹੀਂ ਕੀਤਾ, ਤੇ ਇਹਦਾ ਮਤਲਬ ਵੀ ਉਹਨਾਂ ਦੀ ਤਸੱਲੀ ਹੈਗੀ। ਇਹਦੇ ਵਿੱਚ ਕਲੀਅਰ ਹੋ ਗਏ ਸੀ ਤੁਸੀਂ? ਤੁਹਾਨੂੰ ਲੱਗਦਾ ਕਿ ਇਸ ਵਾਰ ਕੁਝ ਜਾਂਚ ਨਹੀਂ ਮਿਲੇਗਾ ਉਹਨਾਂ ਨੂੰ? ਪਤਾ ਕੀ ਆ, ਮੈਂ ਉਦੋਂ ਵੀ ਅਸੀਂ ਬੜਾ ਕੌਨਫੀਡੈਂਸ, ਉਦੋਂ ਸਾਡੇ ਲਈ ਬੜਾ ਇੱਕ ਡਰ, ਉਦੋਂ ਡਰ ਸੀਗਾ ਵੀ ਪਤਾ ਨਹੀਂ ਕੀ ਹੁੰਦਾ। ਜੋ ਅਸੀਂ ਸਾਨੂੰ ਪਤਾ, ਫਿਰ ਜਦੋਂ ਸਹੀ ਸੀਗੇ ਆਪਾਂ ਨੂੰ ਗੱਲ ਹੀ ਕੋਈ ਨਹੀਂ। ਸੋ ਇਸ ਲਈ ਉਸ ਤੋਂ ਬਾਅਦ ਤਾਂ ਬਿਲਕੁਲ ਹੀ ਹਰ ਚੀਜ਼ ਡਿਕਲੇਅਰ ਕਰਕੇ ਚੱਲਦੇ ਅਸੀਂ ਇਨਕਮ ਟੈਕਸ ਨੂੰ। ਤੇ ਮੈਂ ਤਾਂ ਅੱਗੇ ਵੀ ਪਹਿਲਾਂ ਆਪਣੀ ਜਿੰਨੀ ਪ੍ਰਾਪਰਟੀ ਸਾਰੀ, ਕਿਉਂਕਿ ਪਹਿਲਾਂ ਡਿਕਲੇਅਰਡ ਸੀਗੀ, ਮੈਂ ਉਦੋਂ ਦੱਸਦਾ ਸੀ। ਜਦੋਂ ਨਾ ਪਿੱਛੇ ਆਪ ਦੀ 17 ਦੇ ਵਿੱਚ ਉਹਨਾਂ ਨੇ ਬੜਾ ਸਾਡੇ ਤੇ ਇਲਜ਼ਾਮ ਝੂਠੇ ਸੱਚੇ ਲਾਏ ਸੀਗੇ 17 ਦੇ ਵਿੱਚ ਨਾ, ਉਹ ਪ੍ਰਾਪਰਟੀਆਂ ਨੇ ਜਿਹੜੀਆਂ ਮੈਂ ਦੱਸਿਆ ਸੀ ਵੀ ਉਹ ਵੀ ਕਿਤੇ ਅੱਜ ਤੋਂ ਰਾਜਨੀਤੀ 'ਚ ਆਉਣ ਤੋਂ, ਜਦੋਂ 99 'ਚ ਰੇਡ ਹੋਈ ਆ, ਉਹ ਤਾਂ ਮੈਂ ਪੋਲਿਟਿਕਸ ਦੇ ਵਿੱਚ ਵੀ ਨਹੀਂ ਸੀਗਾ। ਪੋਲਿਟਿਕਸ ਦਾ ਅਸੀਂ 5 6 7 'ਚ ਆਏ ਆ। ਇਹ ਤਾਂ ਪੁਰਾਣਾ ਸਾਡਾ ਜਿਹੜਾ ਕਾਰੋਬਾਰ, ਸ਼ਹਿਰ 'ਚ ਜ਼ਮੀਨਾਂ ਨੇ, ਅਸੀਂ ਅੱਗੇ ਖਰੀਦਦੇ ਆਏ ਆ। ਸੋ ਭੁਲੇਖਾ ਹੁੰਦਾ, ਜਦੋਂ ਨਿਕਲ ਜਾਂਦਾ, ਜਦੋਂ ਕੋਈ ਸਰਚ ਹੋ ਜਾਂਦੀ ਹੈ। ਇਲੈਕਸ਼ਨ ਤੋਂ ਪਹਿਲਾਂ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਕਾਰਵਾਈਆਂ ਹੁੰਦੀਆਂ, ਹਰੇਕ ਵਾਰੀ ਹੁੰਦੀਆਂ ਕਾਰਵਾਈਆਂ, ਚਾਹੇ ਉਹ ਕਿਸੇ ਤੇ ਵੀ ਹੋਵੇ। ਸੋ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜਿਵੇਂ ਸੁਖਪਾਲ ਖਹਿਰਾ ਹੁਣ ਈਡੀ ਦੇ ਸ਼ਿਕੰਜੇ ਦੇ ਵਿੱਚ ਹੈਗੇ ਨੇ, ਤੁਹਾਡੇ ਤੇ ਕਾਰਵਾਈ ਹੁੰਦੀ ਵੀ, ਕਿਸ ਤਰ੍ਹਾਂ ਉਹਨਾਂ ਨੂੰ ਦੇਖਦੇ ਹੋ? ਦੇਖੋ, ਉਹਨਾਂ ਦਾ ਆਪਣਾ ਵੱਖਰਾ ਮਸਲਾ ਹੋਊਗਾ। ਸਾਡਾ ਜਿਹੜਾ ਮਸਲਾ ਹੈਗਾ, ਮੈਂ ਫਿਰ ਦੱਸ ਕੇ ਹਟਿਆ ਵੀ ਸਾਨੂੰ ਇਸ ਚੀਜ਼ ਨਾਲ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਨਿੱਜੀ ਤੌਰ 'ਤੇ। ਠੀਕ ਆ, ਜਦੋਂ ਤੁਸੀਂ ਰਾਜਨੀਤਿਕ ਹੁੰਦੇ ਹੋ ਤਾਂ ਹਰ ਲੋਕਾਂ ਨੂੰ, ਤੁਹਾਡੇ ਵਰਕਰਾਂ ਨੂੰ, ਕੱਲ੍ਹ ਸਵੇਰ ਤੋਂ ਹੀ ਇੱਥੇ ਬਾਹਰ ਸਾਰੇ ਵਰਕਰਾਂ ਮੈਨੂੰ ਕਹਿੰਦੇ ਤੁਸੀਂ ਜਾਓ, ਕੋਈ ਪ੍ਰੋਬਲਮ ਨਹੀਂ ਹੈਗੀ। ਲੇਕਿਨ ਡਰ ਟੈਨਸ਼ਨ ਹੁੰਦੀ ਹੈ ਸਾਰਿਆਂ ਨੂੰ ਵੀ ਪਤਾ ਨਹੀਂ ਸਾਡੇ ਕਿਉਂ ਇਹ ਪ੍ਰੋਬਲਮ ਆਈ ਹੈ ਲੀਡਰ ਦੇ, ਹਨ। ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਖੜਾ ਜਾਂਦਾ ਕਿ ਇਲੈਕਸ਼ਨ ਤੋਂ ਪਹਿਲਾਂ ਇਸ ਤਰ੍ਹਾਂ ਦੀ ਰੇਡਾਂ ਹੁੰਦੀਆਂ ਨੇ। ਇਲੈਕਸ਼ਨ ਤੋਂ ਹੁਣ ਬੀਜੇਪੀ ਆ ਜਿਹੜੀ, ਅੱਜ ਉਹਨਾਂ ਦੇ ਪੰਜਾਬ 'ਚ ਪੈਰ ਤਾਂ ਲੱਗ ਨਹੀਂ ਰਹੇ। ਉਹਨਾਂ ਨੂੰ ਲੋਕਾਂ ਨੇ ਪਿੰਡਾਂ 'ਚ ਵੜਨਾ ਔਖਾ ਕੀਤਾ ਹੋਇਆ। ਸੋ ਇਸ ਲਈ ਉਹ ਆਪਦੀਆਂ ਜਿਹੜੀਆਂ ਇਹੋ ਜਿਹੇ ਡਰੱਬ ਦਿੰਦੇ ਫਿਰਦੇ ਨੇ, ਕੋਈ ਫਰਕ ਨਹੀਂ ਆਉਂਦਾ। ਸੋ ਇਸ ਮਨਪ੍ਰੀਤ ਆਲੀ ਗੱਲਬਾਤ ਕੀਤੀ ਆ। ਘਰ ਦੇ ਵਿੱਚ ਰੇਡ ਜਿਹੜੀ ਆ ਖਤਮ ਹੋ ਚੁੱਕੀ ਆ। ਤਸਵੀਰਾਂ ਤੁਸੀਂ ਦੇਖ ਰਹੇ ਹੋ, ਮਨਪ੍ਰੀਤ ਆਲੀ ਜਿਹੜੇ ਨੇ ਆਪਣੇ ਸਪੋਰਟਰਾਂ ਨੂੰ ਮਿਲ ਰਹੇ ਨੇ। ਸੋ ਸਿੱਧੇ ਤੌਰ ਤੇ ਕੇਂਦਰ ਸਰਕਾਰ ਤੇ ਉਹਨਾਂ ਨੇ ਨਿਸ਼ਾਨਾ ਸਾਧਿਆ ਵਾ। ਸੋ ਕਿਹਾ ਕਿ ਇਲੈਕਸ਼ਨ ਤੋਂ ਪਹਿਲਾਂ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਕੇਂਦਰ ਸਰਕਾਰ ਜਿਹੜੀ ਕਰਾ ਰਹੀਆਂ ਨੇ, ਕਿਸਾਨਾਂ ਨੂੰ ਸਪੋਰਟ ਕਰ ਰਹੇ ਸੀ, ਇਸ ਕਰਕੇ ਇਹ ਜਿਹੜਾ ਵਾ ਉਹਨਾਂ ਦੇ ਉੱਤੇ ਇਹ ਜਿਹੜੀ ਆ ਰੇਡ ਜਿਹੜੀ ਕਾਰਵਾਈ ਕੀਤੀ ਗਈ ਹੈ। ਸੋ ਸਾਫ਼ ਕਿਹਾ ਕਿ 1999 ਦੇ ਵਿੱਚ ਮਨਪ੍ਰੀਤ ਆਲੀ ਜਿਹੜੇ ਨੇ ਕਲੀਅਰ ਹੋ ਕੇ ਬਾਹਰ ਆਏ ਸੀਗੇ, ਇਸ ਵਾਰ ਵੀ ਜਿਹੜਾ ਵਾ ਕਲੀਅਰ ਜਿਹੜਾ ਵਾ ਹੋ ਕੇ ਜਿਹੜੇ ਬਾਹਰ ਨਿਕਲਣਗੇ। ਕੈਮਰਾਮੈਨ ਵਿਜੇ ਚਾਲ ਦੇ ਨਾਲ ਨਰਿੰਦਰ ਮਹਿੰਦੂ, ਜਗਬਾਣੀ ਟੀਵੀ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।